Hello everyone, myself Tarampreet Kaur. My assignment topic is silicon resin. Silicon resin ਜਿਹੜੇ ਆ ਉਹ solvent solution ਹੁੰਦੇ ਆ branch chain siloxane ਦੇ ਜਿਨ੍ਹਾਂ ਵਿੱਚ ਹਾਈਡਰੋਕਸਿਲ ਗਰੁੱਪ ਜਿਹੜਾ ਉਹ ਪ੍ਰੈਜ਼ੈਂਟ ਹੁੰਦਾ। ਇਹਨਾਂ ਸੋਲਿਊਸ਼ਨਸ ਨੂੰ ਆਪਾਂ ਪੇਟ ਔਰ ਇਲੈਕਟ੍ਰੀਕਲ ਵਰਨਿਸ਼ ਦੀ ਤਰ੍ਹਾਂ ਜਿਹੜਾ ਅਪਲਾਈ ਕਰ ਸਕਦੇ ਹਾਂ। ਹੁਣ ਆਪਾਂ ਇਹਦੇ ਵਿੱਚ ਐਗਜ਼ਾਮਪਲ ਡਿਸਕਸ ਕਰਦੇ ਹਾਂ ਕਿ ਸਿਲੀਕਨ ਰੈਸਿਨ ਜਿਹੜੇ ਉਹ ਬਣਦੇ ਕਿੱਦਾਂ ਹੈ। ਸਿਲੀਕਨ ਰੈਸਿਨ ਫਾਰਮ ਹੁੰਦੇ ਆ ਜਦੋਂ ਆਪਾਂ ਫਿਨਾਇਲ ਸਬਸਟੀਟਿਊਟਡ ਟ੍ਰਾਈਕਲੋਰੋਸਿਲੇਨ ਐਂਡ ਡਰਾਈਕਲੋਰੋਸਿਲੇਨ ਇਹਨਾਂ ਦੋਨਾਂ ਦੇ ਮਿਕਸਚਰ ਨੂੰ ਆਪਾਂ ਟੋਲਵੀਨ ਦੇ ਵਿੱਚ ਡਿਜ਼ੋਲਵ ਕਰਦੇ ਹਾਂ ਤੇ ਇਹਨਾਂ ਦੀ ਹਾਈਡਰੋਲਿਸਿਸ ਵਾਟਰ ਦੇ ਨਾਲ ਕਰਵਾਉਂਦੇ ਹਾਂ ਤਾਂ ਸਾਡੇ ਕੋਲ ਸਿਲੀਕਨ ਰੈਸਿਨ ਜਿਹੜੇ ਉਹ ਫਾਰਮਡ ਹੁੰਦੇ ਆ। ਹੁਣ ਆਪਾਂ ਦੇਖਦੇ ਹਾਂ ਕਿ ਇਹਨਾਂ ਦੀ ਜਿਹੜੀ ਆ ਫਰਦਰ ਪ੍ਰੋਸੈਸ ਜਿਹੜਾ ਉਹ ਕਿੱਦਾਂ ਹੁੰਦਾ ਆ। ਜਦੋਂ ਆਪਾਂ ਕੰਪਾਊਂਡ ਲਏ ਆ ਟੋਲਵੀਨ ਦੇ ਨਾਲ ਡਿਸਐਸੋਸੀਏਸ਼ਨ ਕਰਵਾਈ ਆ ਵਾਟਰ ਦੇ ਨਾਲ ਉਹਦੀ ਹਾਈਡਰੋਲਿਸਿਸ ਕਰਵਾਈ ਆ ਤਾਂ ਸਾਡੇ ਕੋਲ ਜਿਹੜਾ ਕੰਪਾਊਂਡ ਫਾਰਮਡ ਹੋਇਆ ਹੈ। ਫਰਦਰ ਆਪਾਂ ਇਸ ਕੰਪਾਊਂਡ ਨੂੰ 200 ਡਿਗਰੀ ਸੈਲਸੀਅਸ ਤੇ ਹੀਟ ਕਰਦੇ ਹਾਂ ਔਰ ਹੀਟ ਕਰਨ ਦੇ ਲਈ ਆਪਾਂ ਇਹਦੇ ਵਿੱਚ ਜਿਹੜਾ ਕੈਟਾਲਿਸਟ ਯੂਜ਼ ਕਰਦੇ ਹਾਂ ਕੁਆਟਰਨੀ ਅਮੋਨੀਅਮ ਸਾਲਟ। ਇਹ ਕੈਟਾਲਿਸਟ ਦਾ ਕੰਮ ਕੀ ਆ ਕਿ ਇਹ ਜਿਹੜੇ ਰਿਮੇਨਿੰਗ ਵਿੱਚ ਜਿਹੜੇ ਗਰੁੱਪ ਹੈਗੇ ਆ ਉਹਨਾਂ ਨੂੰ ਜਿਹੜਾ ਕੰਡੈਂਸ ਕਰਵਾ ਦਿੰਦਾ ਆ। ਜਦੋਂ ਕੰਡੈਂਸ ਹੋ ਜਾਂਦੇ ਆ ਇਹ ਦੋ ਗਰੁੱਪ ਸਾਡੇ ਕੋਲ ਜਿਹੜਾ ਹੈ ਕ੍ਰੋਸ ਲਿੰਕਡ ਰੈਸਿਨ ਬਣ ਜਾਂਦਾ ਹੈ ਤੇ NH2O ਰਹਿ ਜਾਂਦਾ ਹੈ। NH2O ਮਤਲਬ ਜਿਹੜੇ ਆਪਾਂ OH ਗਰੁੱਪ ਇਸ ਕੰਪਾਊਂਡ ਚੋਂ ਕੰਡੈਂਸ ਕਰਵਾਇਆ ਉਹ ਇਸ ਫਾਰਮ ਵਿੱਚ ਆ ਜਾਂਦੇ ਆ। ਹੁਣ ਆਪਾਂ ਨੈਕਸਟ ਜਿਹੜੇ ਆ ਸਿਲੀਕਨ ਰੈਸਿਨ ਦੇ ਜਿਹੜੇ ਆ ਯੂਜ਼ਸ ਡਿਸਕਸ ਕਰਦੇ ਆ ਕਿ ਸਿਲੀਕਨ ਰੈਸਿਨ ਜਿਹੜਾ ਹੈ ਉਹ ਆਪਾਂ ਕਿਤੇ ਯੂਜ਼ ਕਰਦੇ ਆ ਉਹਨੂੰ। ਸਿਲੀਕਨ ਰੈਸਿਨ ਨੂੰ ਆਪਾਂ ਇਨਸੂਲੇਸ਼ਨ ਆਫ ਇਲੈਕਟ੍ਰੀਕਲ ਲੂਪਮੈਂਟ ਤੇ ਮਸ਼ੀਨਰੀ ਦੇ ਵਿੱਚ ਯੂਜ਼ ਕਰਦੇ ਹਾਂ ਤੇ ਇਹ ਜਿਹੜਾ ਸਿਲੀਕਨ ਰੈਸਿਨ ਆ ਆਪਾਂ ਇਹਨੂੰ ਗਲਾਸ ਫਾਈਬਰ ਦੇ ਨਾਲ ਜਦੋਂ ਮਿਕਸ ਕਰਦੇ ਹਾਂ ਤਾਂ ਜਿਹੜੀ ਉਹਦੀ ਸਟਰੈਂਥ ਆ ਉਹ ਇਨਕਰੀਜ਼ ਹੋ ਜਾਂਦੀ ਆ। ਇਸ ਤੋਂ ਇਲਾਵਾ ਆਪਾਂ ਸਿਲੀਕਨ ਰੈਸਿਨ ਨੂੰ ਜਿਹੜਾ ਸਰਕਿਟ ਬੋਰਡਸ ਹੁੰਦੇ ਆ ਉਹਨਾਂ ਨੂੰ ਪ੍ਰਿੰਟਡ ਕਰਨ ਦੇ ਵਾਸਤੇ ਵੀ ਯੂਜ਼ ਕਰਦੇ ਹਾਂ। ਤੇ ਸਿਲੀਕਨ ਰੈਸਿਨ ਦੀ ਆਪਾਂ ਮੋਲਟਡ ਜਿਹੜੀ ਫਾਰਮ ਆ ਉਹਨੂੰ ਕਾਰ ਟਾਇਰ ਮਤਲਬ ਇੰਡਸਟਰੀਅਲ ਬੇਸਿਸ ਤੇ ਯੂਜ਼ ਕਰਦੇ ਹਾਂ ਤੇ ਇਹਦੀ ਨੌਨ ਸਟਿਕ ਕੋਟਿੰਗ ਜਿਹੜੀ ਉਹ ਡੋਮੈਸਟਿਕ ਕੁਕਿੰਗ ਵਾਇਰ ਦੇ ਲਈ ਆਪਾਂ ਉਹਨੂੰ ਯੂਜ਼ ਕਰਦੇ ਹਾਂ। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਪੋਲੀਸਿਲੋਕਸੇਨ ਕੋਪੋਲੀਮਰ। ਜਿਹੜੇ ਪੋਲੀਸਿਲੋਕਸੇਨ ਕੋਪੋਲੀਮਰ ਆ ਉਹ ਪੋਲੀਸਿਲੋਕਸੇਨ ਸਟਰਕਚਰ ਜਦੋਂ ਆਰਗੈਨਿਕ ਪੋਲੀਮਰ ਸਟਰਕਚਰ ਦੇ ਨਾਲ ਕੰਬਾਈਨ ਹੁੰਦਾ ਤਾਂ ਸਾਡੇ ਕੋਲ ਪੋਲੀਸਿਲੋਕਸੇਨ ਕੋਪੋਲੀਮਰ ਬਣਦੇ ਆ। ਇਹ ਬੇਸਿਕਲੀ ਦੋ ਤਰ੍ਹਾਂ ਦੇ ਹੁੰਦੇ ਆ ਬਲੌਕ ਕੋਪੋਲੀਮਰ ਤੇ ਗ੍ਰਾਫਟ ਕੋਪੋਲੀਮਰ। ਹੁਣ ਆਪਾਂ ਪਹਿਲਾਂ ਡਿਸਕਸ ਕਰਨੇ ਆ ਬਲੌਕ ਕੋਪੋਲੀਮਰ ਕੀ ਹੁੰਦੇ ਆ। ਜਿਹੜੇ ਬਲੌਕ ਕੋਪੋਲੀਮਰ ਆ ਉਹਨਾਂ ਵਿੱਚ ਜਿਹੜਾ ਆਰਗੈਨਿਕ ਪੋਲੀਮਰ ਆ ਉਹ ਕਨੈਕਟਡ ਹੁੰਦਾ ਹੈ ਮਤਲਬ ਇੱਕ ਸਿਲੋਕਸੇਨ ਹੁੰਦਾ ਇੱਕ ਆਰਗੈਨਿਕ ਪੋਲੀਮਰ ਹੁੰਦਾ ਫਿਰ ਸਿਲੋਕਸੇਨ ਹੁੰਦਾ ਔਰ ਫਿਰ ਆਰਗੈਨਿਕ ਪੋਲੀਮਰ ਹੁੰਦਾ। ਇਸ ਤਰ੍ਹਾਂ ਸਿਲੋਕਸੇਨ ਜਿਹੜਾ ਆ ਆਰਗੈਨਿਕ ਪੋਲੀਮਰ ਦੇ ਨਾਲ ਕਨੈਕਟਡ ਹੁੰਦਾ ਇੱਕ ਬਲੌਕ ਦੀ ਫਾਰਮ ਵਿੱਚ ਜਿਹੜਾ ਆ ਇਹ ਕੋਪੋਲੀਮਰ ਹੁੰਦੇ ਆ। ਇਹਦੀ ਸੈਕਿੰਡ ਟਾਈਪ ਹੈਗੀ ਆ ਗ੍ਰਾਫਟ ਕੋਪੋਲੀਮਰ। ਜਿਹੜੀ ਗ੍ਰਾਫਟ ਕੋਪੋਲੀਮਰ ਆ ਇਹਨਾਂ ਵਿੱਚ ਪੋਲੀਸਿਲੋਕਸੇਨ ਜਿਹੜੀਆਂ ਚੇਨ ਆ ਕੰਟੀਨਿਊਸ ਫਾਰਮ ਦੇ ਵਿੱਚ ਜਿਹੜੀਆਂ ਉਹ ਇੱਕ ਕਨੈਕਟਡ ਹੋਈਆਂ ਹੁੰਦੀਆਂ ਆ ਬਾਏ ਸਿਲੋਕਸੇਨ ਐਜ਼ ਅ ਸਬਸਟੀਟੂਐਂਟ। ਇਹਨਾਂ ਵਿੱਚ ਸਿਲੋਕਸੇਨ ਜਿਹੜਾ ਸਬਸਟੀਟੂਐਂਟ ਹੁੰਦਾ ਆ ਤੇ ਜਿਹੜੀਆਂ ਪੋਲੀਸਿਲੋਕਸੇਨ ਆ ਉਹਦੀਆਂ ਚੇਨਸ ਹੁੰਦੀਆਂ। ਇਹ ਹੈਗੀ ਆ ਗ੍ਰਾਫਟ ਕੋਪੋਲੀਮਰ। ਹੁਣ ਆਪਾਂ ਦੇਖਦੇ ਹਾਂ ਇੱਕ ਚੀਜ਼ ਕਿ ਜਿਹੜੇ ਰਿਜ਼ਲਟੈਂਟ ਕੋਪੋਲੀਮਰ ਸਾਡੇ ਕੋਲ ਬਣਦਾ ਆ ਉਹਦੀ ਜਿਹੜੀ ਹੀਟ ਸਟੇਬਿਲਿਟੀ ਆ ਉਹ ਆਰਗੈਨਿਕ ਤੇ ਸਿਲੀਕਨ ਜਿਹੜੇ ਕੰਪਾਊਂਡ ਆ ਉਹਨਾਂ ਦੇ ਇੰਟਰਮੀਡੀਏਟ ਜਿਹੜੀ ਆ ਉਹ ਲਾਈ ਕਰਦੀ ਆ। ਹੁਣ ਆਪਾਂ ਇਹ ਤੋਂ ਬਾਅਦ ਐਗਜ਼ਾਮਪਲ ਡਿਸਕਸ ਕਰਦੇ ਹਾਂ ਕਿ ਇਹ ਜਿਹੜਾ ਕੰਪਾਊਂਡ ਆ ਜਦੋਂ ਇਨ ਦ ਪ੍ਰੈਜ਼ੈਂਸ ਆਫ ਐਸਿਡ ਐਸੈਪਟਰ ਤੇ ਸੋਡੀਅਮ ਮਿਥਾਈਲ ਅਰਾਈਲੇਟ ਦੇ ਨਾਲ ਜਦੋਂ ਇਹਦਾ ਟਾਈ ਅਪ ਹੁੰਦਾ ਤਾਂ ਸਾਡੇ ਕੋਲ ਕੋਪੋਲੀਮਰ ਬਣਦਾ ਆ ਸਿਲੋਕਸੇਨ ਤੇ ਅਰਾਈਲੇਟ ਦਾ। ਫਿਰ ਇਸ ਕੰਪਾਊਂਡ ਵਿੱਚ ਆਪਾਂ ਦੇਖਦੇ ਹਾਂ ਸਾਡੇ ਕੋਲ ਕੋਪੋਲੀਮਰ ਬਣਦੇ ਆ ਸਿਲੋਕਸੇਨ ਤੇ ਐਸਟਰ ਦੇ। ਹੁਣ ਉਹ ਤੋਂ ਬਾਅਦ ਸਾਡੇ ਕੋਲ ਆਪਾਂ ਇੱਕ ਐਗਜ਼ਾਮਪਲ ਹੈਗੀ ਆ ਪੋਲੀਰੂਥੀਨ ਫਾਰਮਡ ਰਬੜ। ਇਹ ਜਿਹੜੀ ਗੁੱਡ ਐਗਜ਼ਾਮਪਲ ਆ ਸਿਲੀਕਨ ਕੋਪੋਲੀਮਰ ਦੀ ਆਰਗੈਨਿਕ ਮੋਲੀਕਿਊਲ ਦੇ ਨਾਲ। ਤੇ ਜਿਹੜੇ ਸਿਲੋਕਸੇਨ ਆਰਗੈਨਿਕ ਕੋਪੋਲੀਮਰ ਆ ਉਹਨਾਂ ਨੂੰ ਆਪਾਂ ਪੇਂਟ ਸਰਫੈਂਟਸ ਐਗਰੀਕਲਚਰ ਫਾਰਮਾਸਿਊਟੀਕਲਸ ਇਹਨਾਂ ਚੀਜ਼ਾਂ ਵਿੱਚ ਜਿਹੜਾ ਯੂਜ਼ ਕਰਦੇ ਆ। ਜਿਹੜੀ ਗ੍ਰਾਫਟ ਕੋਪੋਲੀਮਰ ਆ ਉਹਨੂੰ ਆਪਾਂ ਕੋਪੋਲੀਮਰ ਹੋਲੋਜੀਨੋ ਇਥਾਈਲਿਨ ਦੀ ਜਿਹੜੀ ਪ੍ਰਿਪਰੇਸ਼ਨ ਆ ਉਹਦੇ ਵਾਸਤੇ ਗ੍ਰਾਫਟ ਪੋਲੀਮਰਾਈਜੇਸ਼ਨ ਨੂੰ ਆਪਾਂ ਜਿਹੜਾ ਆ ਯੂਜ਼ ਕਰਦੇ ਹਾਂ।
इस तरह ਆਪਾਂ ਇਹ ਜਿਹੜੀਆਂ ਚੀਜ਼ਾਂ ਆ ਡਿਸਕਸ ਕੀਤੀਆਂ ਆ ਇਹਨਾਂ ਦੇ ਯੂਜ਼ਸ ਤੋਂ ਸਾਨੂੰ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਸਾਡੀ ਡੇਲੀ ਲਾਈਫ ਦੇ ਵਿੱਚ ਇਹ ਚੀਜ਼ਾਂ ਕਿੱਥੇ ਕਿੱਥੇ ਯੂਜ਼ ਹੁੰਦੀਆਂ। ਥੈਂਕ ਯੂ।